बहुत ही ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਅਹਿਮ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਮੁਖਾਤਿਬ ਹੋ ਰਿਹਾ ਹਾਂ, ਉਹ ਤੁਸੀਂ ਸਾਰਿਆਂ ਨੇ ਅੱਜ ਸਮਾਜਿਕ ਮਾਧਿਅਮਾਂ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਭਲੀ ਭਾਂਤ ਵੇਖਿਆ ਹੈ, ਉਹਦਾ ਚਿੰਤਨ ਕੀਤਾ ਹੈ, ਉਹਦੇ ਉੱਪਰ ਗੱਲਬਾਤ ਹੋਈ ਹੈ। ਉਹ ਮੁੱਦਾ ਹੈ ਕਿ ਦੋ ਗੁਰਦੁਆਰਿਆਂ ਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਨਾਲ ਕੀਤੀ ਗਈ ਅਰਦਾਸ। ਸਭ ਤੋਂ ਪਹਿਲਾਂ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਅਰਦਾਸ ਦੇ ਨਾਮ ਹੇਠ ਕਿਸੇ ਵੀ ਬਹੁ ਗਿਣਤੀ ਜਾਂ ਘੱਟ ਗਿਣਤੀ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹ ਅਰਦਾਸ ਨਹੀਂ ਹੁੰਦੀ। ਅਰਦਾਸ ਜੇ ਅਸੀਂ ਕੇਵਲ ਕੰਠ ਦੇ ਉਚਾਰਨ ਤੋਂ ਗੱਲ ਕਰੀਏ ਤਾਂ ਮਹਿਜ਼ ਮੇਰੇ ਖਿਆਲ ਦੇ ਨਾਲ ਬੰਦੇ ਦੇ ਬੋਲ ਤਾਂ ਇੱਕ ਛੱਤ ਤੱਕ ਜਾਂ ਇੱਕ ਖਾਸ ਹੱਦ ਤੱਕ ਜਿਹੜੇ ਨੇ ਉਹ ਪਹੁੰਚਦੇ ਨੇ, ਪਰ ਅਰਦਾਸ ਦਾ ਸੰਬੰਧ ਜਿਹੜਾ ਉਹ ਰੂਹ ਦੇ ਨਾਲ ਜੁੜਿਆ ਹੁੰਦਾ ਹੈ। ਜਿਸ ਤਰ੍ਹਾਂ ਸਰਦਾਰ ਜਸਵੰਤ ਸਿੰਘ ਹੁਣਾਂ ਨੇ ਆਪਣੀ ਕਿਤਾਬ ਅਰਦਾਸ ਦੇ ਵਿੱਚ ਬਿਆਨ ਕੀਤਾ ਹੈ ਨਾ, ਕਿ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਵਾਸਤੇ ਜਾ ਰਿਹਾ ਸਿੰਘ ਜਦੋਂ ਘੋੜੇ ਦੇ ਉੱਪਰ ਸਵਾਰ ਹੁੰਦਾ ਇਹ ਗੱਲ ਕਹਿੰਦਾ ਹੈ ਨਾ ਕਿ ਕਲਗੀ ਵਾਲੇ ਪਾਤਸ਼ਾਹ ਮੇਰੀ ਬੌੜੀ ਕਰੀ, ਮੇਰੀ ਲਾਜ ਰੱਖ ਲਵੀਂ, ਤਾਂ ਆਪਣੇ ਆਪ ਦੇ ਵਿੱਚ ਉਹ ਵੀ ਇੱਕ ਅਰਦਾਸ ਹੈ। ਭਾਵ ਕਿ ਅਰਦਾਸ ਜਿਹੜੀ ਹੈ ਇਹ ਰੂਹ ਤੋਂ ਹੁੰਦੀ ਹੈ, ਪਰ ਅਰਦਾਸ ਦੇ ਨਾਮ ਦੇ ਹੇਠ ਜੇਕਰ ਲੱਖਾਂ ਕਰੋੜਾਂ ਰੂਹਾਂ ਜਿਹੜੀਆਂ ਨੇ ਉਹਨਾਂ ਨੂੰ ਤੜਫਾਇਆ ਜਾਵੇ ਤਾਂ ਇਸ ਨੂੰ ਅਰਦਾਸ ਨਹੀਂ ਕਿਹਾ ਜਾਂਦਾ। ਦੂਸਰੀ ਅਹਿਮ ਗੱਲ ਜਿਹੜੀ ਇਹ ਹੈ ਕਿ ਪਿੱਛੇ ਦੀ ਭਾਵਨਾ ਕੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਇੱਕ ਸ਼ਬਦ ਆਮ ਪੜ੍ਹਦੇ ਹਾਂ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜੇਕਰ ਇਹਦੇ ਬੜੇ ਸੌਖੇ ਜਿਹੇ ਅਰਥ ਕਰਨੇ ਹੋਣ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ ਔਰ ਕੇਵਲ ਤੇ ਕੇਵਲ ਇੱਕ ਅਰਥਾਵਲੀ ਦੇ ਢਾਂਚੇ ਦੇ ਵਿੱਚ ਇਸ ਨੂੰ ਵਿਚਾਰਿਆ ਨਹੀਂ ਜਾ ਸਕਦਾ। ਇਸ ਦੀਆਂ ਵਿਆਖਿਆਵਾਂ ਛੋਟੀਆਂ ਵੀ ਹੋ ਸਕਦੀਆਂ, ਵੱਡੀਆਂ ਵੀ ਹੋ ਸਕਦੀਆਂ, ਤੇ ਮੈਂ ਸੋਚਦਾ ਹਾਂ ਕਿ ਹਰ ਮਨੁੱਖ ਦੀ ਆਪਣੀ ਮਾਨਸਿਕ ਪੱਧਰ ਤੇ ਮਾਨਸਿਕ ਉਡਾਰੀ ਦੇ ਅਨੁਸਾਰ ਹੁੰਦੀਆਂ ਨੇ। ਸਹਿਜ ਜਿਹੀ ਵਿਆਖਿਆ ਤਾਂ ਇਹ ਹੈ, ਸਰਲ ਜਿਹੀ ਵਿਆਖਿਆ ਤਾਂ ਇਹ ਹੈ ਕਿ ਗੁਰੂ ਸਾਹਿਬ ਉਸ ਵੇਲੇ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਮੁਸਲਮਾਨ ਸ਼ਾਸਕਾਂ ਦੇ ਸਾਹਮਣੇ ਜਾ ਕੇ ਮੀਆਂ ਜੀ, ਭਾਵ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਨੂੰ ਸੰਬੋਧਿਤ ਹੁੰਦੇ ਹੋ, ਪਰ ਦਰਅਸਲ ਉਹ ਤੁਹਾਡੀ ਬੋਲੀ ਨਹੀਂ ਹੈ, ਤੁਸੀਂ ਉਹਨਾਂ ਦੀ ਬੋਲੀ ਤੋਂ ਨਫ਼ਰਤ ਕਰਦੇ ਹੋ। ਬੋਲੀ ਅਵਰ ਤੁਮਾਰੀ, ਪਰ ਤੁਹਾਡੀ ਬੋਲੀ ਹੋਰ ਹੈ। ਮੈਂ ਇਸ ਨੂੰ ਥੋੜ੍ਹਾ ਹੋਰ ਰੂਪ ਦੇ ਵਿੱਚ ਵੀ ਵੇਖਦਾ ਹਾਂ ਕਿ ਬੇਸ਼ੱਕ ਤੁਸੀਂ ਸ਼ਾਸਕ ਲੋਕਾਂ ਦੇ ਸਾਹਮਣੇ ਜਾ ਕੇ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਉਹਨਾਂ ਦੀ ਖੁਸ਼ਾਮਦ ਕਰਦੇ ਹੋ, ਪਰ ਤੁਸੀਂ ਕਿਤੇ ਹੋਰ ਬੋਲ ਰਹੇ ਹੋ। ਅਸੀਂ ਅਕਸਰ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ ਕਿ ਤੂੰ ਕਿਸੇ ਹੋਰ ਸਟੇਸ਼ਨ ਤੋਂ ਬੋਲਦਾ ਜਾਂ ਤੇਰੇ ਵਿੱਚ ਕੋਈ ਹੋਰ ਬੋਲਦਾ ਹੈ। ਸੋ ਜਦੋਂ ਇਹ ਸੰਭਾਵਨਾ ਪੈਦਾ ਹੋ ਜਾਵੇ ਨਾ ਕਿ ਵਿੱਚ ਕੋਈ ਹੋਰ ਬੋਲਦਾ ਹੈ, ਤਾਂ ਇਹ ਮੁੱਦਾ ਇੰਨਾ ਸਹਿਜ ਜਾਂ ਕਹਿ ਸਕਦੇ ਹੋ ਕਿ ਇੰਨਾ ਜ਼ਿਆਦਾ ਸੌਖੇ ਸ਼ਬਦਾਂ ਦੇ ਵਿੱਚ ਵਿਚਾਰਨ ਵਾਲਾ ਨਹੀਂ ਹੁੰਦਾ। ਇਸ ਮੁੱਦੇ ਦੀ ਗੰਭੀਰਤਾ ਜਿਹੜੀ ਹੈ ਉਹਦੇ ਵੱਲ ਸਾਨੂੰ ਧਿਆਨ ਕੇਂਦਰਿਤ ਕਰਨਾ ਪਵੇਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੜੇ ਥੋੜ੍ਹੇ ਘੰਟਿਆਂ ਦੇ ਫਰਕ ਦੇ ਨਾਲ ਦੋ ਜਗ੍ਹਾ ਦੇ ਉੱਪਰ ਕੀਤੀ ਅਰਦਾਸ ਜਦੋਂ ਇੱਕਦਮ ਮੀਡੀਆ ਦੇ ਵਿੱਚ ਆਉਂਦੀ ਹੈ, ਤੇ ਬੇਸ਼ੱਕ ਸ਼ਬਦਾਂ ਦਾ ਹੇਰ ਫੇਰ ਸਾਨੂੰ ਲੱਗਦਾ ਹੈ, ਉਹਦੀ ਮਨਸ਼ਾ, ਉਹਦਾ ਨਿਸ਼ਾਨਾ, ਉਹਦਾ ਮਕਸਦ, ਉਹਦੀ ਸ਼ਬਦਾਵਲੀ ਬਹੁਤ ਰਲਦੀ ਮਿਲਦੀ ਹੈ। ਸੋ ਇਹਦੇ ਪਿੱਛੇ ਜਿਹੜੀ ਭਾਵਨਾ, ਜਾਂ ਮੈਂ ਕਹਿ ਸਕਾਂ ਕਿ ਅਸੀਂ ਮੋਹਰਿਆਂ ਨੂੰ ਛੱਡ ਕੇ ਜਿਹੜੇ ਸ਼ਤਰੰਜ ਖੇਡਣ ਵਾਲੇ ਨੇ, ਸਾਡਾ ਧਿਆਨ ਉਹਨਾਂ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਮਹਾਕਵੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਦੇ ਵਿੱਚ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਕਿ ਕੂਕਰ ਦ੍ਰਿਸ਼ਟ ਨ ਕਬ ਮਨ ਧਰਨੀ, ਸ਼ੇਰ ਦ੍ਰਿਸ਼ਟ ਗੁਰਮੁਖ ਹੈ ਕਰਨੀ। ਕੂਕਰ ਦ੍ਰਿਸ਼ਟੀ ਔਰ ਸ਼ੇਰ ਦ੍ਰਿਸ਼ਟੀ ਦਾ ਅੰਤਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਕੁੱਤੇ ਨੂੰ ਸੋਟਾ ਮਾਰਦੇ ਹਾਂ ਤੇ ਕੁੱਤਾ ਜਿਹੜਾ ਉਸ ਸੋਟੇ ਨੂੰ ਫੜਦਾ ਹੈ, ਪਰ ਜੇਕਰ ਤੁਸੀਂ ਸ਼ੇਰ ਨੂੰ ਸੋਟਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਸ਼ੇਰ ਸੋਟੇ ਨੂੰ ਨਹੀਂ ਬਲਕਿ ਸੋਟਾ ਮਾਰਨ ਵਾਲੇ ਨੂੰ ਫੜੇਗਾ। ਇਹ ਕੂਕਰ ਦ੍ਰਿਸ਼ਟੀ ਦੇ ਵਿੱਚ ਤੇ ਸ਼ੇਰ ਦੀ ਦ੍ਰਿਸ਼ਟੀ ਦੇ ਵਿੱਚ ਅੰਤਰ ਹੈ। ਇਹੀ ਅਸੀਂ ਇਸ ਸਾਰੇ ਮੁੱਦੇ ਦੇ ਵਿੱਚ
ਬੜੇ ਧਿਆਨ ਦੇ ਨਾਲ ਵਾਚਣ ਦੀ ਕੋਸ਼ਿਸ਼ ਕਰਨੀ ਹੈ ਕਿ ਦਰਅਸਲ ਹੁਣ ਸਾਨੂੰ ਇਸ ਮੌਕੇ ਦੇ ਉੱਪਰ ਸ਼ੇਰ ਦ੍ਰਿਸ਼ਟੀ ਦੀ ਲੋੜ ਹੈ ਤੇ ਪੰਜਾਬ ਦਾ ਭਲਾ ਚਾਹਣ ਵਾਲੀਆਂ ਜਿੰਨੀਆਂ ਵੀ ਧਿਰਾਂ ਨੇ, ਚਾਹੇ ਉਹ ਪੰਜਾਬੀਅਤ ਦੀ ਗੱਲ ਕਰਦੀਆਂ ਨੇ, ਚਾਹੇ ਉਹ ਪੰਥਕ ਧਿਰਾਂ ਨੇ, ਸਾਡੇ ਆਪਸ ਦੇ ਵਿੱਚ ਥੋੜੇ ਬਹੁਤੇ ਵੱਡੇ ਛੋਟੇ ਨਿੱਕੇ ਮੋਟੇ ਬਹੁਤ ਵਖਰੇਵੇਂ ਹੋ ਸਕਦੇ ਨੇ, ਪਰ ਆਹ ਜਿਹੜਾ ਘਟਨਾਕ੍ਰਮ ਸਾਹਮਣੇ ਆਇਆ ਹੈ ਇਹਦੇ ਸਾਨੂੰ ਬਹੁਤ ਹੀ ਜ਼ਿਆਦਾ ਗੰਭੀਰਤਾ ਦੇ ਨਾਲ ਸਿਰ ਜੋੜ ਕੇ ਚਿੰਤਨ ਕਰਨ ਦੀ ਲੋੜ ਹੈ। ਪਹਿਲੀ ਤਾਂ ਅਹਿਮ ਗੱਲ ਕਿ ਦੋਹੇ ਹੀ ਜਿਹੜੇ ਮੈਂ ਜੇ ਕਹਾਂ ਤੇ ਕਥਿਤ ਜਿਹੜੇ ਗ੍ਰੰਥੀ ਸਿੰਘ ਕਹੇ ਜਾ ਰਹੇ ਨੇ, ਉਹਨਾਂ ਨੇ ਇੱਕ ਖਾਸ ਰੂਪ ਦੇ ਵਿੱਚ ਸਾਡੇ ਸਿੱਖ ਸਰੋਤਾਂ ਦੇ ਵਿੱਚ ਜਿਸ ਪੰਕਤੀ ਨੂੰ ਉਚਾਰਿਆ ਹੈ ਉਹਦਾ ਉਚਾਰਨ ਵਿਗਾੜ ਕੇ ਕੀਤਾ ਹੈ। ਔਰ ਇੱਕ ਗੱਲ ਦਾ ਖਿਆਲ ਕਰਿਓ, ਇਹਦਾ ਮਨੋਵਿਗਿਆਨਕ ਤੌਰ ਤੇ ਭਾਵੇਂ ਕਿਸੇ ਕੋਲੋਂ ਅਧਿਐਨ ਕਰਵਾ ਲਿਓ ਕਿ ਵਿਗਾੜ ਕੇ ਪੇਸ਼ ਕੀਤੀ ਗਈ ਪੰਕਤੀ ਕਦੀ ਵੀ ਦੋ ਵਿਅਕਤੀਆਂ ਦੀ ਉਹਨਾਂ ਚਿਰ ਤੱਕ ਇੱਕ ਸ਼ਬਦਾਵਲੀ ਦੇ ਵਿੱਚ ਨਹੀਂ ਹੁੰਦੀ ਜਿੰਨਾ ਚਿਰ ਪਿੱਛੇ ਉਹਨਾਂ ਨੂੰ ਸਿਖਾਉਣ ਵਾਲਾ ਕੇਂਦਰ ਇੱਕ ਨਾ ਹੋਵੇ। ਹੁਣ ਗੁਰਦੁਆਰੇ ਦੀ ਅਰਦਾਸ ਦੇ ਵਿੱਚ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਸਾਡੇ ਪ੍ਰਾਤਨ ਸਰੋਤਾਂ ਦੇ ਵਿੱਚ ਜਿਹੜਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਬਚਨ ਕੀਤਾ ਹੈ, ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਇਨ ਗਰੀਬ ਸਿੱਖਨ ਕੋ ਦਿਹੋਂ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ। ਸੋ ਇਹਦਾ ਉਚਾਰਨ ਹੈ। ਪਰ ਤੁਸੀਂ ਇੱਕ ਗੱਲ ਦਾ ਖਿਆਲ ਕਰਿਓ ਕਿ ਇਹ ਦੋਹੇ ਹੀ ਅਰਦਾਸ ਕਰਨ ਵਾਲੇ ਜਿਹੜੇ ਨੇ, ਇਹ ਦੋਹੇ ਹੀ ਜਦੋਂ ਇੱਕ ਅਰਦਾਸ ਦੇ ਵਿੱਚ ਤੇ ਇੱਕ ਬਾਅਦ ਆਪਣੀ ਇੰਟਰਵਿਊ ਦੇ ਵਿੱਚ ਕੈਮਰੇ ਦੇ ਅੱਗੇ ਆ ਕੇ ਜਦੋਂ ਇਸ ਪੰਕਤੀ ਦਾ ਉਚਾਰਨ ਕਰਦਾ ਹੈ ਤੇ ਉਹ ਕਹਿੰਦਾ ਜਿਨ ਕੀ ਜਾਤ ਵਰਨ ਕੁਲ ਮੇ ਸਰਦਾਰੀ ਨਹੀਂ ਪਈ ਤਿਨਹੀ ਕੋ ਸਰਦਾਰ ਬਣਾਓ। ਇਹਨਾਂ ਦੋਵਾਂ ਦੀ ਇੱਕ ਸ਼ਬਦਾਵਲੀ ਜਿਹੜੀ ਹੈ ਉਹ ਕਮ ਸੇ ਕਮ ਇਸ ਸਾਜ਼ਿਸ਼ ਦਾ ਇੱਕ ਪਰਦਾ ਤਾਂ ਖੋਲ ਦਿੰਦੀ ਹੈ ਕਿ ਇਹ ਜਿਹੜੀਆਂ ਦੋਹੇ ਹੀ ਅਰਦਾਸਾਂ ਹੋਈਆਂ ਨੇ ਇਹਨਾਂ ਦੀ ਸ਼ਬਦਾਵਲੀ ਦਾ ਕੇਂਦਰ ਇੱਕ ਹੈ, ਭਾਵ ਕਿ ਇੱਕ ਮਰਕਜ਼ ਤੋਂ, ਇੱਕ ਕੇਂਦਰ ਤੋਂ, ਇੱਕ ਪਿਛੋਕੜ ਤੋਂ ਜਾਂ ਇੱਕ ਵਿਸ਼ੇਸ਼ ਵਿਅਕਤੀ ਜਾਂ ਸੰਗਠਨ ਤੋਂ ਆ ਰਹੀਆਂ ਨੇ। ਪਹਿਲੀ ਗੱਲ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਸੋ ਅਸੀਂ ਕੇਵਲ ਅਰਦਾਸ ਕਰਨ ਵਾਲੇ ਜਾਂ ਅਰਦਾਸ ਦਾ ਸਰੂਪ, ਪਰੰਪਰਾ, ਸਿਧਾਂਤ ਤੇ ਉਹਦੀ ਮੂਲ ਭਾਵਨਾ ਨੂੰ ਵਿਗਾੜਨ ਵਾਲੇ ਲੋਕਾਂ ਤੱਕ ਹੀ ਕੇਂਦਰਿਤ ਨਾ ਹੋਈਏ, ਬਲਕਿ ਉਹਦੀ ਪਿੱਛੇ ਦੀ ਜਿਹੜੀ ਮੂਲ ਭਾਵਨਾ ਹੈ ਉਹਨੂੰ ਸਮਝਣ ਦਾ ਯਤਨ ਕਰੀਏ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੁਝ ਸਮਾਂ ਪਹਿਲਾਂ ਪੰਜਾਬ ਭਾਜਪਾ ਨੇ ਇਹ ਐਲਾਨ ਕੀਤਾ ਸੀ ਕਿ ਅਗਲਾ ਜਿਹੜਾ ਮੁੱਖ ਮੰਤਰੀ ਭਾਜਪਾ ਦੇ ਵੱਲੋਂ ਦਲਿਤ ਬਰਾਦਰੀ ਦੇ ਵਿੱਚੋਂ ਹੋਵੇਗਾ। ਵੈਸੇ ਜੇਕਰ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਤਾਂ ਮੈਨੂੰ ਦਲਿਤ ਸ਼ਬਦ ਵਰਤਣਾ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਗੁਰਦੇਵ ਪਾਤਸ਼ਾਹ ਦਾ ਜਿਹੜਾ ਸਾਨੂੰ ਉਪਦੇਸ਼ ਦਿੱਤਾ ਗਿਆ ਹੈ ਉਹ ਹੈ ਕਿ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਜਿਹੜੇ ਅਸੀਂ ਕਿੱਤਿਆਂ ਨਾਲ ਜੁੜੇ ਹੋਏ ਹਾਂ, ਉਹਨਾਂ ਦੇ ਆਧਾਰ 'ਤੇ ਜਿਹੜੇ ਜਾਤਾਂ ਦਾ ਜਿਹੜੇ ਨਾਮਕਰਨ ਨੇ ਉਹ ਹੋ ਜਾਂਦੇ ਨੇ। ਜਾਂ ਫਿਰ ਜਦੋਂ ਗੁਰਦੇਵ ਪਾਤਸ਼ਾਹ ਨੇ ਸਾਨੂੰ ਉਪਦੇਸ਼ ਹੀ ਇੰਨਾ ਪਿਆਰਾ ਦੇ ਦਿੱਤਾ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਉੱਥੇ ਛੋਟਾ ਵੱਡਾ ਉੱਚਾ ਨੀਵਾਂ ਜਾਤ ਪਾਤ ਵਰਨ ਵੰਡ ਆਸ਼ਰਮ ਇਹ ਸਾਰੇ ਵਿਤਕਰੇ ਜਿਹੜੇ ਨੇ ਖਤਮ ਹੋ ਜਾਂਦੇ ਨੇ। ਪਰ ਖੈਰ ਰਾਜਨੀਤਿਕ ਤੌਰ ਤੇ ਜਦੋਂ ਭਾਜਪਾ ਦਾ ਇਹ ਬਿਆਨ ਆਇਆ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਜਿਹੜਾ ਦਲਿਤ ਹੋਵੇਗਾ, ਮੇਰੇ ਖਿਆਲ ਨਾਲ ਬਤੌਰ ਸਿੱਖ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਬਹੁਤ ਸਾਰੇ ਸਾਡੇ ਇਹਨਾਂ ਹੀ ਬਰਾਦਰੀਆਂ ਦੇ ਵਿੱਚੋਂ ਲੀਡਰ ਹੋਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚੇ ਅਹੁਦਿਆਂ ਦੇ ਉੱਪਰ ਰਹੇ ਨੇ, ਜਾਂ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਟੀਮ ਦੇ ਵਿੱਚ ਬਹੁਤ ਸਾਰੇ ਉੱਚੇ ਅਹੁਦਿਆਂ ਦੇ ਉੱਪਰ ਸਾਰੀਆਂ ਹੀ ਇਹਨਾਂ ਧਿਰਾਂ ਨਾਲ ਜਾਂ ਸੰਬੰਧਿਤ ਵਿਅਕਤੀ ਜਿਹੜੇ ਨੇ ਉਹ ਕਾਰਜਸ਼ੀਲ ਨੇ। ਤੇ ਸਾਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਜਾਤ ਪਾਤ ਦੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਖਾਸ ਕਰਕੇ ਇਸ ਤਰ੍ਹਾਂ ਦੇ ਖੇਤਰ ਦੇ ਵਿੱਚ। ਪਰ ਜਿਹੜਾ ਰਾਜਨੀਤਿਕ ਤੌਰ ਤੇ ਬਿਆਨ ਦਿੱਤਾ ਗਿਆ ਤੇ ਉਸ ਰਾਜਨੀਤਿਕ ਬਿਆਨ ਨੂੰ ਪਰਿਭਾਸ਼ਿਤ ਕਰਨ ਦੇ ਵਾਸਤੇ ਜਿਹੜੀ ਸ਼ਬਦਾਵਲੀ ਸੰਗਤ ਦੇ ਵਿੱਚ ਵਰਤੀ ਗਈ ਹੈ ਉਹਦੇ ਉੱਪਰ ਜ਼ਰੂਰ ਸਾਨੂੰ ਧਿਆਨ ਦੇਣ ਦੀ ਲੋੜ ਹੈ। ਔਰ ਮੈਂ ਬਾਰ-ਬਾਰ ਇਹ ਇਸ ਕਰਕੇ ਕਹਿ ਰਿਹਾ ਹਾਂ ਕਿ ਇਸ ਸਾਰੇ ਹੀ ਛੜਯੰਤਰ ਤੇ ਘਟਨਾਕ੍ਰਮ ਤੋਂ ਬਾਅਦ ਜਿਹੜੇ ਸਾਡੇ ਵੀਰਾਂ ਦੇ ਗੁੱਸੇ ਦੇ ਵਿੱਚ ਆ ਕੇ, ਰੋਹ ਦੇ ਵਿੱਚ ਆ ਕੇ, ਉਤੇਜਨਾ ਦੇ ਵਿੱਚ ਆ ਕੇ ਪ੍ਰਤੀਕਰਮ ਆਉਣਗੇ ਨਾ, ਉਹਨਾਂ ਪ੍ਰਤੀਕਰਮ ਜਿਹੜੇ ਸਾਡੇ ਹੋਣਗੇ ਉਹਨਾਂ ਦੇ ਉੱਪਰ ਸਾਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਉਹ ਕੋਈ ਪ੍ਰਤੀਕਰਮ ਇਵੇਂ ਦਾ ਨਾ ਅਸੀਂ ਸਾਡੀ ਸ਼ਬਦਾਵਲੀ ਦੇ ਵਿੱਚ ਦੇ ਜਾਈਏ ਕਿ ਸਾਡੀ ਇੱਕ ਖਾਸ ਭਾਈਚਾਰੇ ਦੇ ਨਾਲ ਜਿਹੜੀ ਹੈ ਉਹ ਵਿੱਥ ਪਾ ਜਾਵੇ
ਔਰ ਇਹੀ ਜਿਹੜੀ ਉਹ ਭਾਜਪਾ ਜਿਹੜੀ ਉਹ ਅੱਜ ਦੇ ਸਮੇਂ ਚਾਹ ਰਹੀ ਹੈ। ਦੂਸਰੀ ਗੱਲ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਸ ਸਾਰੇ ਮੁੱਦੇ ਨੂੰ ਉਭਾਰਿਆ, ਮੈਂ ਕਹਾਂ ਕਿ ਜਿਸ ਦੇ ਪਿੱਛੇ ਵੀ ਇਹ ਜਿਸ ਦੀ ਸਾਜ਼ਿਸ਼ ਹੈ, ਤਾਂ ਸਾਰੇ ਮੁੱਦੇ ਨੂੰ ਉਭਾਰਨ ਦੇ ਪਿੱਛੇ ਉਹਨਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਦੀ ਜਿਹੜੀ ਦੁੱਖ ਦੀ ਹੋਈ ਧਾਰਮਿਕ ਰਗ ਹੈ ਉਹਦੇ ਉੱਪਰ ਉਂਗਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਹ ਹੈ ਝੂਠੇ ਸੌਦੇ ਵਾਲਾ ਗੁਰਮੀਤ ਰਾਮ ਰਹੀਮ। ਉਹਦੇ ਜੇਲ੍ਹ ਚੋਂ ਛੁੱਟਣ ਦੀ ਅਰਦਾਸ ਕਰਨੀ। ਬੇਸ਼ੱਕ ਹੁਣ ਖਬਰ ਆ ਗਈ ਹੈ ਕਿ ਉਸ ਅਰਦਾਸ ਕਰਨ ਵਾਲੇ ਨੂੰ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ, ਪਰ ਸਾਨੂੰ ਤਾਂ ਭਵਿੱਖ ਦੇ ਵਾਸਤੇ ਇਸ ਦਾ ਬਹੁਤ ਜ਼ਿਆਦਾ ਚਿੰਤਨ ਕਰਨ ਦੀ ਲੋੜ ਹੈ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇੱਕ ਅਰਦਾਸ ਦੇ ਵਿੱਚ ਕਿਹਾ ਵੀ ਗਿਆ ਕਿ 2 ਰਜਵਾੜੇ, ਇੱਕ ਨੇ ਬੇਅਦਬੀ ਕਰਵਾਈ ਤੇ ਦੂਜੇ ਨੇ ਬੇਅਦਬੀ ਕਰਨ ਵਾਲਿਆਂ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ। ਇਹਦੇ 'ਚ ਕੋਈ ਸ਼ੱਕ ਨਹੀਂ, ਇਸ ਗੱਲ ਤੋਂ ਸਾਰਾ ਹੀ ਜਿਹੜਾ ਸਿੱਖ ਸਮਾਜ ਹੈ ਉਹ ਚਿੰਤਤ ਹੈ ਔਰ ਵੱਖ-ਵੱਖ ਧਿਰਾਂ ਦੇ ਵੱਲੋਂ ਉਪਰਾਲੇ ਵੀ ਕੀਤੇ ਜਾ ਰਹੇ ਨੇ। ਪਰ ਇਸ ਸਾਰੀ ਗੱਲ ਦੇ ਵਿੱਚੋਂ ਇੱਕ ਤੀਜੀ ਧਿਰ ਦਾ ਜਿਹੜਾ ਉਭਾਰ ਹੈ ਉਹਨੂੰ ਜਿਸ ਰੂਪ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਾਰੇ ਪੰਜਾਬ ਦੇ ਵਾਸਤੇ ਮੈਂ ਸੋਚਦਾ ਕਿ ਬਹੁਤ ਹੀ ਇੱਕ ਖਤਰਨਾਕ ਰੁਝਾਨ ਹੋਵੇਗਾ। ਕਿਉਂਕਿ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਸ ਸ਼ਬਦਾਵਲੀ ਤੋਂ, ਦੋਹਾਂ ਅਰਦਾਸਾਂ ਦੀ ਸ਼ਬਦਾਵਲੀ ਦੇ ਵਿੱਚੋਂ ਇਹ ਗੱਲ ਤਾਂ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਛੜਯੰਤਰ, ਇੱਕ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਵਾਸਤੇ ਜਿਹੜੀ ਹੈ ਉਹ ਰਚੀ ਜਾ ਰਹੀ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਇਸ ਮੁੱਦੇ ਨੂੰ ਵਿਚਾਰਨ ਦੀ ਜਾਂ ਇਸ ਮੁੱਦੇ ਦੇ ਉੱਪਰ ਚਰਚਾ ਕਰਨ ਦੀ ਲੋੜ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਦਾ ਕਿਸਾਨ ਸੰਘਰਸ਼ ਸ਼ੁਰੂ ਹੋਇਆ, ਇਹਦੇ 'ਚ ਕੋਈ ਗੱਲ ਸ਼ੱਕ ਨਹੀਂ ਹੈ ਕਿ ਇਹ ਜਿੰਨੇ ਵੀ ਜਿਹੜੇ 3 ਖੇਤੀਬਾੜੀ ਵਿਰੋਧੀ ਕਾਨੂੰਨ ਸੀ, ਚਾਹੇ ਉਹਦੇ 'ਚ ਟ੍ਰੇਡ ਐਂਡ ਕਮਰਸ ਦੀ ਗੱਲ ਆ ਜਾਂਦੀ ਸੀ, ਕੰਟਰੈਕਟ ਫਾਰਮਿੰਗ ਦੀ ਗੱਲ ਆ ਜਾਂਦੀ ਸੀ, ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਨੇ ਉਹਨਾਂ ਦੀ ਗੱਲ ਆ ਜਾਂਦੀ ਸੀ, ਇਹਦੇ ਨਾਲ ਇਕੱਲਾ ਕਿਸਾਨ ਵਰਗ ਨਹੀਂ ਸੀ ਪ੍ਰਭਾਵਿਤ ਹੁੰਦਾ, ਇਹਦੇ ਨਾਲ ਸਾਰੇ ਵਰਗ ਪ੍ਰਭਾਵਿਤ ਹੁੰਦੇ ਨੇ। ਇਹਦੇ ਨਾਲ ਕਿਸਾਨ ਵੀ ਪ੍ਰਭਾਵਿਤ ਹੁੰਦਾ ਹੈ, ਖੇਤੀ ਕਰਨ ਵਾਲਾ ਵੀ ਪ੍ਰਭਾਵਿਤ ਹੁੰਦਾ ਹੈ, ਖੇਤੀ ਦਾ ਮਾਲਕ ਜਿਹੜਾ ਹੈ, ਖੇਤੀਬਾੜੀ ਕਰਨ ਵਾਲਾ ਜਾਂ ਜ਼ਰਾਇਤੀ ਖੇਤਰ ਦੇ ਜਿਹਦੀ ਮਲਕੀਅਤ ਹੈ ਉਹ ਵੀ ਪ੍ਰਭਾਵਿਤ ਹੁੰਦਾ ਹੈ, ਖੇਤ ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਹੈ, ਆਮ ਜਿਹੜਾ ਛੋਟਾ ਵਪਾਰੀ ਹੈ, ਆੜ੍ਹਤੀ ਹੈ, ਉਹ ਵੀ ਪ੍ਰਭਾਵਿਤ ਹੁੰਦਾ ਹੈ, ਤੇ ਉਹਦੇ ਤੋਂ ਇਲਾਵਾ ਸ਼ਹਿਰੀ ਦੁਕਾਨਦਾਰ ਵੀ ਪ੍ਰਭਾਵਿਤ ਹੁੰਦਾ ਹੈ। ਸੋ ਜਦੋਂ ਇਹ ਸਾਰੇ ਪ੍ਰਭਾਵਿਤ ਹੋਏ ਤਾਂ ਕਿਤੇ ਨਾ ਕਿਤੇ ਕੇਂਦਰ ਦੀ ਭਾਜਪਾ ਦੇ ਖਿਲਾਫ ਪੰਜਾਬ ਦੇ ਵਿੱਚੋਂ ਇੱਕ ਵੱਡੀ ਆਵਾਜ਼ ਜਿਹੜੀ ਪੈਦਾ ਹੋਈ, ਜਿਹੜੀ ਹੌਲੀ-ਹੌਲੀ ਦੇਸ਼ ਦੇ ਹੋਰ ਖਿੱਤਿਆਂ ਦੇ ਵਿੱਚ ਵੀ ਗਈ। ਸੋ ਭਾਜਪਾ ਦੇ ਕੋਲ ਇਸ ਵੇਲੇ ਕੋਈ ਤਰੱਕੀ ਦਾ ਜਾਂ ਕੋਈ ਲੋਕਾਂ ਦੀ ਇਸ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਰਾਜਨੀਤਿਕ ਤੌਰ ਤੇ ਰਣਨੀਤਿਕ ਪੱਤਾ ਨਹੀਂ ਸੀ ਰਹਿ ਗਿਆ ਕਿ ਪੰਜਾਬ ਦੇ ਵਿੱਚ ਉਸ ਪੱਤੇ ਨੂੰ ਖੇਡ ਕੇ ਸਰਕਾਰ ਦੀ ਸਥਾਪਤੀ ਦੀ ਗੱਲ ਕਰ ਸਕਣ, ਤੇ ਉਹਨਾਂ ਦੇ ਕੋਲ ਇੱਕ ਹੀ ਪੱਤਾ ਰਹਿ ਗਿਆ ਸੀ, ਜਾਤੀ ਵੰਡ। ਤੇ ਮੈਂ ਸੋਚਦਾ ਕਿ ਜਿਹੜੇ ਵੀਰ ਉਹਨਾਂ ਦੀਆਂ ਚਾਲਾਂ ਦੇ ਵਿੱਚ ਆ ਕੇ ਜਾਂ ਉਹਨਾਂ ਦੀਆਂ ਸਾਜ਼ਿਸ਼ਾਂ ਦੇ ਵਿੱਚ ਆ ਕੇ ਇਵੇਂ ਦੀ ਬਿਆਨਬਾਜ਼ੀ ਕਰ ਰਹੇ ਨੇ, ਉਹਨਾਂ ਨੂੰ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਸਰਕਾਰਾਂ ਨੇ ਉਹਨਾਂ ਦੇ ਵਿੱਚ ਬਾਕੀ ਜਾਤੀਆਂ ਦਾ, ਸਵਰਨ ਜਾਤੀਆਂ ਤੋਂ ਬਿਨਾਂ ਜਿਹੜੀਆਂ ਬਾਕੀ ਜਾਤੀਆਂ ਨੇ ਉਹਨਾਂ ਦਾ ਹਾਲ ਜਿਹੜਾ ਉਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਜਿੱਥੇ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਉਸ ਤੋਂ ਬਾਅਦ ਉਹ ਬਾਕੀ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਜਾਤੀ ਵਿਤਕਰਾ ਹੈ ਉਹ ਕਰਦੇ ਨੇ। ਸੋ ਮੈਂ ਸੋਚਦਾ ਕਿ ਇਹ ਸਾਰੇ ਵਰਤਾਰੇ ਦੇ ਵਿੱਚ ਸਾਨੂੰ ਇਸ ਸਾਰੇ ਵਾਪਰੇ ਹੋਏ ਵਰਤਾਰੇ ਦਾ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਉਹ ਚਿੰਤਨ ਕਰਨਾ ਪਵੇਗਾ। ਪਹਿਲੀ ਗੱਲ ਤੇ ਮੈਂ ਜਿਹੜੀ ਦੱਸੀ ਹੈ ਕਿ ਇਹ ਜਿਹੜੇ ਦੋਹੇ ਵਿਅਕਤੀ ਨੇ, ਦੋਹਾਂ ਵੱਲੋਂ ਜਿਹੜੇ ਸਿੱਖਾਂ ਦੇ ਸਰੋਤ ਦੇ ਵਿੱਚੋਂ ਜਿਨਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਈ ਕਦਾਈ, ਇਹਦਾ ਜਿਹੜਾ ਗਲਤ ਉਚਾਰਨ ਕੀਤਾ ਗਿਆ ਉਸ ਗਲਤ ਉਚਾਰਨ ਦੀ ਸ਼ਬਦਾਵਲੀ ਵੀ ਇੱਕ ਹੈ ਜਿਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਇਸ ਸਾਰੇ ਵਰਤਾਰੇ ਦੇ ਪਿੱਛੇ ਕੋਈ ਨਾ ਕੋਈ ਵਿਅਕਤੀ, ਸੰਗਠਨ, ਵਿਚਾਰਧਾਰਾ ਜਾਂ ਪੱਖ ਹੋਰ ਜ਼ਰੂਰ ਹੈ। ਸੋ ਸਾਨੂੰ ਉਸ ਪੱਖ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਤੇ ਮੈਂ ਸੋਚਦਾ ਕਿ ਬੜੀ ਸੰਜੀਦਗੀ ਦੇ ਨਾਲ ਜਿੰਨੇ ਮੇਰੇ ਵੀਰ ਸੁਣ ਰਹੇ ਨੇ ਇਸ ਸਾਰੇ ਮਸਲੇ ਨੂੰ ਬੜੀ ਸੰਜੀਦਗੀ ਦੇ ਨਾਲ ਵਿਚਾਰਾਂਗੇ ਕਿ ਇਹ ਕੋਈ ਅਰਦਾਸ ਨਹੀਂ ਹੈ। ਅਰਦਾਸ ਤਾਂ ਰੂਹਾਂ ਨੂੰ ਸਕੂਨ ਦੇਣ ਦੇ ਵਾਸਤੇ ਹੁੰਦੀ ਹੈ ਤੇ ਜਿਹੜੀਆਂ ਲੱਖਾਂ ਲੋਕਾਂ ਦੀਆਂ ਰੂਹਾਂ ਦੇ ਨਾਲ ਖਿਲਵਾੜ ਕਰੇ ਉਸ ਨੂੰ ਅਰਦਾਸ ਨਹੀਂ ਕਿਹਾ ਜਾ ਸਕਦਾ। ਇਹ ਇੱਕ ਸਾਜ਼ਿਸ਼ ਹੈ ਜਿਸ ਸਾਜ਼ਿਸ਼ ਦੇ ਵਿੱਚ ਪੰਜਾਬ ਨੂੰ ਭਾਈਚਾਰਕ ਸਾਂਝ ਦੇ ਵਿੱਚੋਂ ਕੱਢ ਕੇ ਇੱਕ ਜਾਤੀ ਆਧਾਰਿਤ ਵਿਤਕਰੇ ਦੇ ਵਿੱਚ ਵੰਡ ਕੇ ਆਪਣੀ ਸੱਤਾ ਪ੍ਰਾਪਤੀ ਕਰਨ ਦੇ ਜਿਹੜੇ ਰਾਹ ਨੇ ਉਹ ਕੱਢੇ ਜਾ ਰਹੇ ਨੇ। ਸਾਨੂੰ ਇਹਨਾਂ ਤੋਂ ਬਹੁਤ ਹੀ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਜੇ ਅੱਜ ਸੁਚੇਤ ਨਾ ਹੋਵੇ ਤੇ ਮੇਰੇ ਖਿਆਲ ਦੇ ਨਾਲ ਜੇ ਸਾਡਾ ਪ੍ਰਤੀਕਰਮ ਘਟੀਆ ਪੱਧਰ ਦਾ ਹੋਇਆ, ਮੈਂ ਘਟੀਆ ਪੱਧਰ ਇਸ ਕਰਕੇ ਸ਼ਬਦ ਵਰਤ ਰਿਹਾ ਕਿ ਸਾਨੂੰ ਇਸ ਗੱਲ ਦੇ ਉੱਪਰ ਕਿਸੇ ਨੇ ਵੀ ਚੈਨਲ ਦੇ ਉੱਪਰ, ਵੈਬ ਚੈਨਲ ਦੇ ਉੱਪਰ, ਅਲਟਰਨੇਟਿਵ ਮੀਡੀਆ ਦੇ ਵਿੱਚ ਜਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿੰਨੇ ਵੀ ਗੱਲ ਕਰਨੀ ਹੈ ਸਾਡੇ ਵੀਰ ਨੇ ਉਹ ਬਹੁਤ ਹੀ ਸੰਜੀਦਗੀ ਦੇ ਨਾਲ ਕਰੇ,
ਬਹੁਤ ਹੀ ਸੰਜਮ ਦੇ ਨਾਲ ਕਰੇ, ਕਿਉਂਕਿ ਇਹ ਮੁੱਦਾ ਇੰਨਾ ਛੋਟਾ ਨਹੀਂ ਹੈ ਜਿੰਨਾ ਸਾਨੂੰ ਮੀਡੀਆ ਦੇ ਵਿੱਚ ਨਜ਼ਰ ਆ ਰਿਹਾ ਹੈ। ਇਹਦੇ ਸਾਨੂੰ ਪਿੱਛੇ ਧਿਆਨ ਦੇਣ ਦੀ ਬਹੁਤ ਲੋੜ ਹੈ ਤੇ ਭਵਿੱਖ ਨੂੰ ਵਾਚਣ ਦੀ ਬਹੁਤ ਲੋੜ ਹੈ। ਫਿਰ ਕਿਤੇ ਇੰਜ ਨਾ ਕਹਿਣਾ ਪਵੇ ਉਹ ਵਕਤ ਵੀ ਦੇਖੇ ਹੈ ਤਾਰੀਖ ਕੀ ਰਾहों ने लम्हों ने खता की सदियों ने सजा पाई। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।